मालदरे दे हत्थ ते कहना कि जी मझ है ना सरकार ब्लैक गोल्ड अलहमदुलिल्ला ये काला सोना मैंने तुम जिन्ना खवाओगे जिन्ना पियोगे तुहानू उन्ना ही देग जेडे बंदे पांदे कुछ नहीं लिंदे भी इन्हां चों कुछ भी नहीं अलहमदुलिल्ला बंदे दी नीयत साफ है अलहमदुलिल्ला इहदे च घाटा कोई नहीं जनाबे वाली पर जी हॉबी पहचान है जे कहंदा ओहदी कहंदा ਉਹ ਸਿੰਘ ਸੁੰਗ ਉਹਦਾ ਸੋਹਣਾ ਹੁੰਦਾ ਵੇ ਮੂੰਹ ਲੰਮਾ ਹੁੰਦਾ ਅੱਗੋਂ ਮੱਝ ਛੋਟੀ ਹੁੰਦੀ ਪਿੱਛੋਂ ਚੌੜੀ ਹੁੰਦੀ ਪੁੱਠਾ ਛੋਟਾ ਦਾ ਚੰਗਾ ਝੋੜਾ ਹੁੰਦਾ ਇਹ ਸਰ ਮਾਸ਼ਾਅੱਲਾ ਦਵੇ ਜਿਹੜੀਆਂ ਮੱਝਾਂ ਨਾ 20 ਤੋਂ ਪਲੱਸ ਅਲਹਮਦੁਲਿਲਾ 20 ਕਿਲੋ ਤੋਂ ਉੱਤੇ ਦੁੱਧ ਕਰਦੀਆਂ ਦੋ ਸਰ ਜਿਹੜਾ ਬੰਦਾ ਤੇ ਦੇ ਸਕਦਾ ਨਾ ਮਾਲਦਾਰੀ 'ਚ ਟਾਈਮ ਉਹ ਬੰਦਾ ਕੰਮ ਸ਼ੁਰੂ ਕਰੇ ਜਿਹੜਾ ਬੰਦਾ ਮਾਲਦਾਰੀ 'ਚ ਟਾਈਮ ਨਹੀਂ ਦੇ ਸਕਦਾ ਉਹ ਕੰਮ ਨਾ ਕਰੇ ਯਾਰ यानी कि वक्त दो ते कुछ हासिल होना वक्त दो नाल मुलाजम भी होना अलहमदुलिल्ला काम बेहतरीन चलदा जे तुहां आपी ना फार्म ते होना ते तुहाड़ा फार्म हला पी अस्सलाम वालेकुम वालेकुम सलाम जी भाईजान कैसे हैं शुक्र है अल्लाह पाक दा ठीक जनाब दा की नाम है मेरा नाम जमक कबूल जी ए मलक साहब तुसी किन्ने अरसे तू जानवरां दा कारोबार करदे हो पे तकरीबन भान का 22-23 साल हो गए मालदारी दा काम करदे माशाअल्लाह यानी कि जानवरां दा तुहाडा चोखा ही तजर्बा है अलहमदुलिल्लाह ठीक ही सर ए दसो कि तुहाडा जेड़ा 22 साल दा तजर्बा है कैसा रहा है बहुत अलहमदुलिल्लाह बेहतरीन रहा वा जनाब ਤੁਸੀਂ ਸਾਰਾ ਕੰਮ ਦਾ ਆਗਾਜ਼ ਕਿਸ ਤਰ੍ਹਾਂ ਕੀਤਾ ਸੀ ਹਾਂ ਸਰ ਦੋ ਡੰਗਰਾਂ ਦੇ ਤਕਰੀਬਨ 2-3 ਡੰਗਰ ਹੀ ਪਹਿਲਾਂ ਘਰ ਦੁੱਧ ਪੀਣ ਵਾਸਤੇ ਉਸ ਤੋਂ ਬਾਅਦ ਰਾਸਤਾ ਅੱਲਾਹ ਪਾਕ ਨੇ ਵਾਦਾ ਕੀਤਾ ਨਾਲ ਮਾਲਦਾਰੀ ਦੇ ਵਿੱਚ ਕੁਝ ਕਹਿੰਦਾ ਲਿਆਂਦੀਆਂ ਵੀ ਨੇ ਮੱਝਾਂ ਵਿੱਚ ਕੁਝ ਮਾਸ਼ਾਅੱਲਾ ਘਰ ਦੀਆਂ ਤਿਆਰ ਕੀਤੀਆਂ ਮਾਸ਼ਾਅੱਲਾ ਇਸ ਟਾਈਮ ਤੇ ਪੂਰੀ ਰੌਣਕ ਲੱਗੀ ਹੈ ਅਲਹਮਦੁਲਿल्लाह ਜਾਨਵਰ ਵੀ ਤੁਹਾਡੇ ਸਿਹਤਮੰਦ ਤੇ ਖੂਬਸੂਰਤ ਨੇ ਮਾਸ਼ਾਅੱਲਾ ਤੁਹਾਡਾ ਜਿਹੜਾ ਫਾਰਮ ਦਾ ਨਿਜ਼ਾਮ ਹੈ ਉਹ ਵੀ ਬੜਾ ਜ਼ਬਰਦਸਤ ਹੈ ਤੁਸੀਂ ਪੂਰੀ ਇੱਕ ਵੰਡ ਪਾਈ ਹੈ ਜੀ अच्छा मलक साहब है दसोया काम तो मुतमिन हो अल्हम्दुलिल्लाह जी अल्लाह पाक दे हुक्म नाल काम माशाअल्लाह बेहतरीन काम है जनाब कैसा काम है अल्हम्दुलिल्लाह बंदे दी नीयत साफ है अल्हम्दुलिल्लाह च घाटा कोई नहीं जनाबे वाली ठीक है ते सारे इस टाइम ਤੁਹਾਡੇ ਫਾਰਮ ਤੇ ਟੋਟਲ ਕਿੰਨੇ ਜਾਨਵਰ ਨੇ ਸਾਡੇ ਫਾਰਮ ਤੇ ਟੋਟਲ ਇਸ ਟਾਈਮ ਮਾਸ਼ਾਅल्लाह 70 ਤੋਂ ਪਲੱਸ ਜਾਨਵਰ ਨੇ 17 ਤੋਂ ਉੱਤੇ ਨੇ ਠੀਕ ਹੈ ਹਾਂਜੀ ਤੇ ਤੁਹਾਡੇ ਫਾਰਮ ਤੇ ਜ਼ਿਆਦਾਤਰ ਦੁੱਧ ਦੇਣ ਵਾਲੇ ਜਾਨਵਰ ਨੇ ਹਾਂਜੀ ਅਲਹਮਦੁਲਿल्लाह ਦੁੱਧ ਦੇਣ ਵਾਲੇ ਨੇ ਤੇ ਜਿਹੜੀਆਂ ਤੁਹਾਡੀਆਂ ਕਟੀਆਂ ਹੁੰਦੀਆਂ ਨੇ ਝੋਟੀਆਂ ਉਹਨਾਂ ਦਾ ਕੀ ਕਰਦੇ ਹੋ ਉਹ ਇੱਕ ਹਫ਼ਤਾ ਬਾਅਦ ਡੇਰਾ ਭਾਈ ਆ ਸਾਡਾ ਇੱਥੇ ਹੁੰਦੇ ਨੇ ਉਹ ਮਾਸ਼ਾਅੱਲਾ ਉੱਥੇ ਤਿਆਰ ਕਰਕੇ ਤੇ ਫਿਰ ਅਗਵਾ ਆਪਣੇ ਫਾਰਮ ਦੇ ਵਿੱਚ ਹੀ ਲੈ ਕੇ ਹੁੰਨੇ ਆ ਅੱਛਾ ਹਾਂਜੀ ਇਹਦੀ ਕੀ ਵਜ੍ਹਾ ਤੁਸੀਂ ਝੋਟੀਆਂ ਉਸ ਇਲਾਕੇ 'ਚ ਕਿਉਂ ਤਿਆਰ ਕਰਦੇ ਹੋ ਉਹ ਬਸ ਕਹਿੰਦਾ ਇੱਥੋਂ ਜ਼ਰਾ ਕਹਿੰਦਾ ਇੱਥੇ ਤੁਹਾਨੂੰ ਪਤਾ ਪੱਠਿਆਂ ਛੱਠਿਆਂ ਦੀ ਵੀ ਕਮੀ ਹੁੰਦੀ ਨਾਲ ਕਹਿੰਦਾ ਆਪਣਾ ਕਹਿੰਦਾ ਬੰਦਿਆਂ ਦੀ ਵੀ ਕਮੀ ਹੁੰਦੀ ਉੱਥੇ ਜ਼ਰਾ ਜੂਸ਼ ਖੁੱਲੀ ਆ ਉਸ ਹਿਸਾਬ ਨਾਲ ਸਿਲੈਕਟ ਕਰ ਲੈਂਦੇ ਨੇ ਆਪਣੇ ਹਿਸਾਬ ਦੇ ਨਾਲ ਅੱਛਾ ਯਾਨੀ ਕਿ ਉਧਰ ਜਿਹੜੀ ਉਹਨਾਂ ਦੀ ਤਿਆਰੀ ਉਹ ਸਸਤੀ ਪਾਈ ਜਾਂਦੀ ਹੈ ਤੇ ਉਹ ਜਦੋਂ ਜਾਨਵਰ ਤਿਆਰ ਹੋ ਜਾਂਦੇ ਨੇ ਆਪਣੇ ਫਾਰਮ ਤੇ ਲਿਆ ਕੇ ਫਿਰ ਉਹਨਾਂ ਕੋਲ ਦੁੱਧ ਹਾਸਲ ਕਰਦੇ ਹੋ ਲਿਆ ਕੇ ਦੁੱਧ ਹਾਸਲ ਕਰਦੇ ਜਿਹੜੀਆਂ ਵੱਡੀਆਂ ਮੱਝਾਂ ਹੁੰਦੀਆਂ ਨੇ ਉਹਦੇ ਮਤਬਾਦਲ ਪਹਿਲਾਂ ਨਾ ਝੋਟੀਆਂ ਵਿੱਚ ਘਰ ਹੀ ਆਈ ਦਿੰਦੇ ਵੱਡੀਆਂ ਜਿਹੜੀਆਂ ਮੱਝਾਂ ਤੀਸਰੇ ਚੌਥੇ ਪੰਜਵੇਂ ਸੂਏ ਵਾਲੇ ਨੂੰ ਉਹ ਸੇਲ ਘਰ ਹੀ ਆਈ ਦੀਆਂ ਜ਼ਿੰਦਾਬਾਦ ਜੀ ਜ਼ਿੰਦਾਬਾਦ ਯਾਨੀ ਕਿ ਤੁਸੀਂ ਚੰਗੇ ਜਾਨਵਰ ਰੱਖਦੇ ਹੋ ਅਲਹਮਦੁਲਿल्लाह ਠੀਕ ਹੈ ਬਿਹਤਰੀਨ ਤੇ ਸਰ ਤੁਹਾਡੇ ਫਾਰਮ ਤੇ ਕਿਹੜੀ ਕਿਹੜੀ ਨਸਲ ਦੀਆਂ ਮੱਝਾਂ ਮੌਜੂਦ ਨੇ ਸਾਡੇ ਕੋਲ ਸਰ ਮਾਸ਼ਾਅੱਲਾ ਕੋਈ ਨੀਲੀ ਦੀਆਂ ਮੱਝਾਂ ਜੇ ਸਾਹੀਵਾਲ ਦੀਆਂ ਕੋਈ ਮਾਸ਼ਾਅੱਲਾ ਆਪਣੇ ਸਾਡੇ ਇਲਾਕੇ ਦੀਆਂ ਜ਼ਿਆਦਾ ਮੱਝਾਂ ਸਾਡੇ ਕੋਲ ਆਪਣੇ ਇਲਾਕੇ ਦੀਆਂ ਨੇ ਘਰ ਹੀ ਕੱਟੀਆਂ ਮਾਸ਼ਾਅੱਲਾ ਤਿਆਰ ਕਰਨੀਆਂ ਠੀਕ ਹੋ ਗਿਆ ਜਿਹੜੀ ਨੀਲੀ ਦੀ ਮੈਂ ਵੇ ਉਹਦੀ ਕੋਈ ਹੂਬੀ ਕੋਈ ਪਛਾਣ ਦੱਸ ਸਕਦੇ ਹੋ ਸਰ ਜੀ ਹੂਬੀ ਪਛਾਣ ਹੈ ਜੇ ਕਹਿੰਦਾ ਉਹਦੀ ਕਹਿੰਦਾ ਉਹ ਸਿੰਘ ਸੁੰਗ ਉਹਦਾ ਸੋਹਣਾ ਹੁੰਦਾ ਵੇ ਮੂੰਹ ਲੰਮਾ ਹੁੰਦਾ ਅੱਗੋਂ ਮੱਝ ਛੋਟੀ ਹੁੰਦੀ ਪਿੱਛੋਂ ਚੌੜੀ ਹੁੰਦੀ ਪੁੱਠਾ ਛੋਟਾ ਦਾ ਚੰਗਾ ਝੋੜਾ ਹੁੰਦਾ ਤੇ ਮਲਕ ਸਾਹਿਬ ਤੁਸੀਂ ਕੀ ਸਮਝਦੇ ਹੋ ਬੰਦਾ ਨੀਲੀ ਦੀ ਮੈਂ ਉਧਰੋਂ ਉਸ ਇਲਾਕੇ ਚੋਂ ਖਰੀਦੇ ਜਾਂ ਕਿ ਬੰਦਾ ਝੋਟਾ ਸਹੀ ਰੱਖ ਕੇ ਆਪਣੇ ਘਰ ਦੀ ਨਸਲ ਤਿਆਰ ਕਰੇ ਸਰ ਘਰ ਦੀ ਨਸਲ ਤਿਆਰ ਕਰੇ ਉਧਰੋਂ ਤੇ ਮੱਝ ਖਰੀਦਣੀ ਹੁਣ ਬਹੁਤ ਮੁਸ਼ਕਲ ਹੈ ਸਰ ਜਿਹੜੀ ਮੱਝ ਕਹਿੰਦਾ 15 ਤੋਂ ਪਲੱਸ ਦੁੱਧ ਕਰਦੇ ਉੱਥੇ ਤਕਰੀਬਨ 3 ਤੋਂ ਬਾਹਰ ਮੱਝ ਪੈਣ ਡਈ ਘਰ ਦੀ ਜਿਹੜੀ ਤੁਹਾਡੀ ਤਿਆਰ ਹੋਈ ਉਹਦੇ ਨਾਲ ਦੀ ਤਾਂ ਗੱਲ ਹੀ ਕੋਈ ਨਹੀਂ ਨਾ ਠੀਕ ਹੈ ਯਾਨੀ ਕਿ ਆਪਣੀ ਨਸਲ ਖੁਦ ਤਿਆਰ ਬੰਦਾ ਕਰੇ ਫੇਰ ਫਾਇਦਾ ਆਪਣੀ ਨਸਲ ਤਿਆਰ ਕਰੋ ਇਹ ਬੱਚੇ ਜੀ ਫਾਇਦਾ ਸਰ ਮੇਨ ਇਹਦਾ ਮੱਝ ਦਾ ਸਾਰਾ ਸੂਏ ਦਾ ਤਜਰਬਾ ਨਿਚੋੜ ਜਿਹੜਾ ਨਾ ਬੱਚੇ ਚ ਹੀ ਅੱਛਾ ਹਾਂਜੀ ਉਹ ਜਿਹੜਾ ਮਾਸ਼ਾਅੱਲਾ ਮੱਝ ਦੇ ਉਹਨਾਂ ਖੰਗੜੀਆਂ ਹੁੰਦੇ ਨੇ ਨਾਲ ਬੱਚਾ ਕਹਿੰਦਾ ਅਲਹਮਦੁਲਿल्लाह 40 45 50 ਹਜ਼ਾਰ ਦਾ ਤਿਆਰ ਹੋ ਜਾਂਦਾ ਉਹ ਹੀ ਤੁਹਾਡਾ ਵੱਧ ਹੈ ਠੀਕ ਹੈ ਹਾਂਜੀ ਯਾਨੀ ਕਿ ਬੱਚਾ ਬਚਾਓ ਤੇ ਬੱਚਾ ਤਾਂ ਹਾਸਲ ਕਰੋ ਹਾਂ ਬੱਚਾ ਦਾ ਹਾਸਲ ਕਰੋ ਬੱਚਾ ਤੇ ਹੈ ਹੀ ਬੱਚੇ ਦੀ ਯਾਰ ਤੇ ਮਲਕ ਸਾਹਿਬ ਮਾਸ਼ਾਅੱਲਾ ਤੁਹਾਡੇ ਫਾਰਮ ਤੇ ਛੋਟੇ ਜਾਵ ਹੀ ਹੈ ਨੇ ਹਾਂਜੀ ਤੁਸੀਂ ਛੋਟੇ ਜਾਵਾਂ ਦੀ ਕੀ ਸੰਭਾਲ ਕਰਦੇ ਹੋ ਉਹਨਾਂ ਨੂੰ ਕਿੰਜ ਤਿਆਰ ਕਰਦੇ ਹੋ ਕਿ ਉਹ ਬਚ ਜਾਂਦੇ ਨੇ ਅਸੀਂ ਸਾਰਿਆਂ ਨੂੰ ਪਹਿਲੇ ਮਹੀਨੇ ਤੱਕ ਕਹਿੰਦਾ ਦੁੱਧ ਦੀ ਜੋੜੀ ਛੱਡਣੀ ਹੁੰਦੀ ਅਗਲਾ ਪਿਛਲਾ ਥਾਣਾ ਪਹਿਲਾਂ ਨੂੰ ਬੋਲੀ ਸ਼ੋਲੀ ਦੀ ਜਿਹੜੀ ਉਹ ਤੇ ਸ਼ੁਰੂ ਚ ਮਾਸ਼ਾਅੱਲਾ ਚੱਲ ਜਾਂਦੀ ਉਹਨਾਂ ਦੀ ਜਿੰਨੀ ਰੱਜ ਕੇ ਪੀ ਉਹਨੀ ਅਸੀਂ ਬੱਚੇ ਨੂੰ ਪਿਆਨੇ ਆ ਉਸ ਤੋਂ ਬਾਅਦ ਜਦੋਂ ਦੁੱਧ ਬਣ ਜਾਂਦਾ ਫਿਰ ਜੋੜੀ ਛੱਡਣੀ ਦੁੱਧ ਦੀ ਉਸ ਤੋਂ ਬਾਅਦ ਨਾ ਮਹੀਨੇ ਤੋਂ ਬਾਅਦ ਨਾਲ ਆਪਣਾ ਕਾਫ ਸਟਾਰਟਰ ਸ਼ੁਰੂ ਕਰ ਦੇਈਦਾ ਫੀ ਜਾਨਵਰ ਦੇ ਹਿਸਾਬ ਨਾਲ ਬੱਚੇ ਦੇ ਹਿਸਾਬ ਨਾਲ ਕਿਲੋ ਚੋਖਰ ਤੇ ਕਿਲੋ ਮਕਾਈ ਦਾ ਦਲੀਆ ਜਿਹਨਾਂ ਉਹਨਾਂ ਨੂੰ ਪਾਹੜਨਾ ਵੇ ਕੁਰਲੀ ਦੇ ਵਿੱਚ ਇਹਨਾਂ ਕੋ ਸਾਰੀ ਦਿਹਾੜੀ ਨਹੀਂ ਮੁੱਕਦਾ ਨਾਲ ਪਾਣੀ ਛਾਣੇ ਲਈ ਚਰਾਈ ਬਣੀ ਉਥੋਂ ਆਪਣੀ ਮਰਜ਼ੀ ਨਾਲ ਪਾਣੀ ਭੇਜ ਪੀਂਦੇ ਨੇ ਉਸ ਤੋਂ ਬਾਅਦ ਇੱਕ ਥਣ ਦੁੱਧ ਛੱਡੀ ਦਾ 1 ਮਹੀਨੇ ਦੀ ਕਰਾਂ ਬਾਅਦ ਭਾਵੇਂ ਬਸ਼ੱਕ ਬੰਦ ਵੀ ਘਰ ਛੜੀ ਮਸਲਾ ਕੋਈ ਨਹੀਂ ਹੁੰਦਾ
ਅੱਛਾ ਅਲਹਮਦੁਲਿਲਾ ਬੱਚਾ ਜਿਹੜਾ ਨਾ ਤੁਹਾਡਾ ਗਰੋਥ ਪੂਰਾ ਕਰ ਜਾਂਦਾ ਹੈ। ਮਾਸ਼ਾਅੱਲਾ, ਯਾਨੀ ਕਿ ਤੁਸੀਂ ਪੂਰੀ ਇੱਕ ਹਿਕਮਤ ਅਮਲੀ ਨਾਲ ਜਿਹੜਾ ਨਾ ਉਹ ਜਿਹੜੇ ਛੋਟੇ ਜਾਨ ਨੇ ਉਹਨਾਂ ਨੂੰ ਵੀ ਬਚਾਉਂਦੇ ਹੋ ਤੇ ਉਹਨਾਂ ਨੂੰ ਵੀ ਤਿਆਰ ਕਰਦੇ ਹੋ। ਤਿਆਰ ਗਿਆ ਸਰ ਜੀ, ਬਸ ਸਾਡੇ ਆਪਣਾ ਲੋਕਾਂ ਦਾ ਮਾਈਂਡ ਸੈਟ ਬਣ ਗਿਆ ਯਾਰ ਮੱਝ ਦਾ ਜਾ ਨਹੀਂ ਬਚਦਾ, ਮੱਝ ਦਾ ਜਾ ਨਹੀਂ ਬਚਦਾ, ਮੱਝ ਦਾ ਜਾ ਬਚਾਈਏ ਤੇ ਗਾਂ ਦੇ ਜਾ ਜਿੰਨੀ ਗਰੋਥ ਆ ਦੀ। ਅਸੀਂ ਰੋਨੇ ਐਚਐਫ ਨਸਲਾਂ ਨੂੰ ਕਹਿੰਦਾ ਆਸਟ੍ਰੇਲੀਆ ਨੂੰ ਫਲਾਣੇ ਨਾ ਜੋ ਐਨਐਚਏ ਚ ਕੱਟੀ ਤੇ ਤੁਸੀਂ ਸਹੀ ਕੇਅਰ ਕਰੋ। ਅਲਹਮਦੁਲਿਲਾ 3 ਸਾਲਾਂ ਵਿੱਚ ਤੁਹਾਡੀ ਕੱਟੀ ਜਿਹੜੀ ਨਾ ਤਿਆਰ ਹੋ ਜਾਂਦੀ, ਮੱਝ ਬਣ ਜਾਂਦੀ 3 ਸਾਲਾਂ 'ਚ। ਮਾਸ਼ਾਅੱਲਾ, ਹਾਂਜੀ ਇਹ ਜਦੋਂ 3 ਸਾਲਾਂ ਦੀ ਹੁੰਦੀ ਏ ਉਦੋਂ ਉਹ ਜਿਹੜਾ ਗੱਭਣ ਹੋ ਜਾਂਦੀ ਨਹੀਂ ਸੂ ਪੈਂਦੀ ਹੈ 3 ਸਾਲਾਂ ਦੀ ਕਿ 2 ਸਾਲਾਂ ਤੋਂ ਬਾਅਦ 24 ਤੋਂ 26 ਮਹੀਨਿਆਂ ਜਿਹੜੀ ਕੱਟੀ ਨੇ ਦੁੱਧ ਪੀਤਾ 26 ਮਹੀਨਿਆਂ 'ਚ ਕੱਟੀ ਬਣ ਜਾਂਦੀ। ਜ਼ਬਰਦਸਤ ਜੀ, ਜ਼ਬਰਦਸਤ। ਯਾਨੀ ਕਿ ਇਹ ਸਾਰਾ ਫਿਰ ਡਿਪੈਂਡ ਕਰਦਾ ਹੈ ਕਿ ਉਹਦੀ ਜਿਹੜਾ ਨਾ ਕੇਅਰ ਕਿੰਜ ਕੀਤੀ ਏ। ਇਹ ਤਾਂ ਸਰ ਸਾਡੇ ਲੋਕਾਂ ਦੇ ਵਾਧਾ ਵੇ। ਹਾਂ ਪਹਿਲੇ 6 ਮਹੀਨੇ ਨਹੀਂ ਜ਼ਿਆਦਾ ਕੇਅਰ ਕਰਨੀ, ਅੱਗੋਂ 5 ਸਾਲ ਉਹਨੂੰ ਸਾਂਭ ਕੇ ਗਲੇ ਲਾਈ ਰੱਖਣਾ ਤੇ ਉਹ ਜਿੰਨਾ ਜੇ ਤੁਹਾਡਾ 3 ਤੋਂ ਉੱਤੇ ਜਿਹੜਾ ਸਪੈਲ ਤੁਹਾਡਾ ਜਾਣਾ ਤੁਸੀਂ ਹਸਾਰੇ 'ਚ ਜਾਣਾ ਵੇ। ਉਹ 2 ਸਾਲ ਉਹਦੀ ਕੇਅਰ ਕਰਨੀ, ਪੱਠੇ ਪਾਣੇ ਜੇ ਕੋਈ ਵੰਡਾ ਛੱਡਣਾ ਮੁੱਠ ਪਾਉਣੇ ਫੇਰ ਹੀ ਜਾਗੋ ਨਾ ਫੇਰ ਬਣਨਾ ਵੇ। ਬੜੀ ਅੱਛੀ ਗੱਲ ਕੀਤੀ, ਯਾਨੀ ਕਿ ਜਿਹਦੀ ਸ਼ੁਰੂ 'ਚ ਅੱਛੀ ਕੇਅਰ ਹੋਏ ਦੀ ਉਹਨੇ ਹੀ ਅੱਗੂ ਸਹੀ ਤਿਆਰ ਹੋਣਾ। ਅਲਹਮਦੁਲਿਲਾ। ਠੀਕ ਹੈ। ਤੇ ਮਲ ਸਾਹਿਬ ਜਿਹੜੇ ਤੁਹਾਡੇ ਕੱਟੇ ਹੁੰਦੇ ਨੇ ਉਹ ਫਿਰ ਸੇਲ ਕਰ ਦਿੰਦੇ ਹੋ? ਉਹ ਅਸੀਂ ਨਿੱਕੀ ਤੇ ਸੇਲ ਕਰਨੇ ਆ ਸਰ। ਅੱਛਾ। ਉਹ ਫੀ ਘਟਾ ਸਾਡਾ ਮਸਲਾ 35 40 45 ਹੱਥ ਉੱਤੇ ਕਰਾ ਮਸਲਾ ਸਾਡਾ 7 7 8 10 10 ਮਹੀਨੇ ਜਿਹੜੇ ਘਟੇ ਨਾ ਹੱਥ ਉੱਤੇ ਕਰਾ ਸੇਲ ਹੁੰਦੇ। ਮਾਸ਼ਾਅੱਲਾ। ਅੱਛਾ ਅਮਲ ਸਾਹਿਬ, ਤੁਸੀਂ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਏ? ਇਹਨਾਂ ਨੂੰ ਖਿਲਾਉਂਦੇ ਪਿਲਾਉਂਦੇ ਕੀ ਹੋ? ਆਹੀ ਸਰ ਸਵੇਰੇ ਉੱਠਨੇ ਅਲਹਮਦੁਲਿਲਾ 3 ਵਜੇ ਸਾਡੀ ਸ਼ੁਰੂ ਤੋਂ ਲੈ ਕੇ ਆਦਤ ਹੈ। ਵਾਲਾ ਸਾਹਿਬ ਨੇ ਮਾਸ਼ਾਅੱਲਾ ਆਦਤ ਪਾਈ ਹੈ ਤੇ ਇਹ ਸਭ ਤੋਂ ਵੱਡਾ ਸਾਡੇ ਫਾਰਮ 'ਚ ਵਾਧਾ ਹੀ ਹੈ। ਵਾਲਾ ਸਾਹਿਬ ਨੇ ਜਨਾਬ ਵਾਲਾ ਉਹਨਾਂ ਨਾਲ ਉਹੀ ਉਸਤਾਦ ਨੇ ਤਾਂ ਕੋਈ ਯਾਰੀ ਵੀ ਉਹਨਾਂ ਨਾਲ ਹੀ। ਜ਼ਿੰਦਾਬਾਦ। ਜਨਾਬ ਸ਼ੁਰੂ ਤੋਂ ਲੈ ਕੇ ਆਦਤ ਸਾਡੀ ਬਣੀ ਹੈ। 3 ਵਜੇ ਉੱਠ ਪੈਣਾ, ਉੱਠ ਕੇ ਜਨਾਬ ਵਾਲਾ ਹੋਣਾ ਮੈਂ ਡੇਰੇ ਦੇ ਉੱਤੇ, ਮੁੰਡੇ ਮਾਸ਼ਾਅੱਲਾ ਡੇਰੇ ਤੇ ਸੁੱਤੇ ਹੁੰਦੇ ਨੇ, ਇਹਨਾਂ ਨੂੰ ਬਿਠਾ ਕੇ ਨਾਲ ਚਵਾਈ ਸ਼ਵਾਈ ਸ਼ੁਰੂ ਕਰਨੀ। 4 4:30 ਹੁੰਦੇ ਨੇ ਸਾਡੀ ਚਵਾਈ ਮੁੱਕ ਜਾਂਦੀ। ਉਸ ਤੋਂ ਬਾਅਦ ਜਨਾਬ ਅਲਹਮਦੁਲਿਲਾ ਕਹਿੰਦਾ ਦਾਨਾ ਸ਼ਾਨਾ ਸ਼ੁਰੂ ਹੋ ਜਾਂਦੀਆਂ ਤੇ ਨਮਾਜ਼ ਸ਼ਮਾਜ਼ ਪੜ੍ਹ ਕੇ ਤੇ ਚਾਹ ਸ਼ਾਹ ਪੀਣੇ ਦੇ ਨਾਲ ਹੀ 7 ਵਜੇ ਨੂੰ ਪੱਠੇ ਲੈ ਕੇ ਆਈਏ ਦੇ ਫਿਰ ਕੁਤਰ ਕੇ ਖੁਰਲੀਆਂ ਛੁਰਲੀਆਂ ਇਹਨਾਂ ਦੇ ਬਾਹਰ ਛੱਡੀ ਦੀਆਂ ਨਾ ਮਾਲ ਦੀਆਂ। ਅੱਛਾ ਅਮਲ ਸਾਹਿਬ, ਤੁਸੀਂ ਇਹਨਾਂ ਨੂੰ ਸਬਜ਼ ਚਾਰੇ ਵਿੱਚ ਕੀ ਖਿਲਾ ਰਹੇ ਹੋ ਤੇ ਖੁਸ਼ਕ ਚਾਰਾ ਕਿਹੜਾ ਇਸਤੇਮਾਲ ਕਰਦੇ ਹੋ? ਸਬਜ਼ ਚਾਰੇ ਸਾਰੇ ਇਸ ਟਾਈਮ ਤੇ ਕਹਿੰਦੇ ਚੱਲਦੀ ਜੀ ਵੀ ਕਣਕ ਤੇ ਸਟਾਲਾ ਤੇ ਨਾਲ ਆਹੀ ਸੈਲ ਇਸਤੇਮਾਲ ਕਰਨੇ ਆ ਵੇ। ਅੱਛਾ ਸਾਇਲਜ ਵੀ ਇਸਤੇਮਾਲ ਕਰਦੇ? ਤੇ ਪਹਿਲਾਂ 2 ਮਹੀਨੇ ਕਮਾਦ ਇਸਤੇਮਾਲ ਕੀਤਾ ਤੇ ਹੁਣ ਸੈਲਜ ਨਾਲ ਇਸਤੇਮਾਲ ਹੋਣ ਡੇ। ਕਮਾਦ ਮੁੱਕ ਗਿਆ ਪਿਛਾ ਹੁਣ ਸੈਲਜ ਹੀ ਚੱਲਦਾ ਜੇ ਪਿਆ। ਤੇ ਵੰਡਾ ਕਿਹੜਾ ਇਸਤੇਮਾਲ ਕਰਦੇ? ਵੰਡਾ ਯਾਰ ਸਾਰਾ ਇਸਤੇਮਾਲ ਕਰਦੇ ਪਕੌੜੀ ਖਾਲ, ਮਸਰਾਂ ਦੀ ਸੋੜੀ ਤੇ ਘਰਾ। ਯਾਨੀ ਕਿ ਵੰਡਾ ਵੀ ਤੁਹਾਡਾ ਦੇਸੀ ਹੈ? ਹਾਂਜੀ, ਵਿੱਚ ਕੋ ਰੋਟੀਆਂ ਲੱਭ ਜਾਂਦੇ ਉਹ ਪਾ ਲੈਂਦੀਆਂ ਨੇ, ਚੰਗੀਆਂ ਲੱਭਦੇ ਜੇ ਭੈੜੀਆਂ ਉੱਲੀ ਵਾਲੀਆਂ ਹੁੰਦਾ ਫੇਰ ਨਹੀਂ ਪਾਈਦਾ, ਥਣ ਦੀ ਬੜੀ ਮੇਨਟੇਨੈਂਸ ਕੱਢਦੀਆਂ। ਅੱਛਾ, ਯਾਨੀ ਕਿ ਉੱਲੀ ਵਾਲੀ ਜਿਹੜੀ ਰੋਟੀ ਉਹ ਨੁਕਸਾਨ ਦੇਵੇ। ਤੇ ਰੋਜ਼ਾਨਾ ਦੀ ਤੁਸੀਂ ਇੱਕ ਜਾਨਵਰ ਨੂੰ ਕਿੰਨੀ ਖਾਲ ਕਿੰਨੀ ਸੂੜੀ ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਦੱਸੀ ਜੇ? ਮੈਂ ਸਰ ਦੁੱਧ ਦੀ ਐਵਰੇਜ ਹਿਸਾਬ ਨਾਲ ਪਾਣਾ, ਜਿਹੜੇ ਡੰਗਰ ਦੀ ਆਪਣਾ ਐਵਰੇਜ ਨਾ 3 ਕਿਲੋ ਦਾ ਐਵਰੇਜ ਤੇ ਦੁੱਧ ਅਸੀਂ ਕਿਲੋ ਵੰਡਾ ਭਾਵੇਂ ਗਾਈਆਂ ਤੇ ਭਾਵੇਂ ਮੱਝ। 3 ਕਿਲੋ ਐਵਰੇਜ ਅਸੀਂ ਕਿਲੋ ਜਿਹੜਾ ਵੰਡਣਾ ਉਹ ਸਿਲੈਕਟ ਕਰਨੀ ਹੈ। ਅੱਛਾ ਹਾਂਜੀ, ਬਿਹਤਰ ਹੋ ਗਿਆ। ਤੇ ਇਸ ਤੋਂ ਇਲਾਵਾ ਮਲਕ ਸਾਹਿਬ ਜਿਹੜਾ ਤੁਸੀਂ ਸਾਇਲਜ ਹੈ ਰੋਜ਼ਾਨਾ ਦੇ ਇੱਕ ਜਾਨਵਰ ਨੂੰ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਸਾਇਲਜ ਖਿਲਾਉਂਦੇ ਹੋ? ਸਰ ਅਸੀਂ ਕਹਿੰਦਾ ਨਾਲ ਸਾਡੇ ਕੋਲ ਗ੍ਰੀਨ ਫੂਡਰ ਵੀ ਅਸੀਂ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਭਾਂਡੇ ਜਾਂ ਅਸੀਂ ਇਸ ਟਾਈਮ 20 ਤੋਂ 25 ਕਿਲੋ ਇਸਤੇਮਾਲ ਕਰਨੇ ਜਿਹੜਾ ਦੁੱਧ ਵਾਲਾ ਜਾਨਵਰ ਦੇ ਹਿਸਾਬ ਦੇ ਨਾਲ ਸਾਇਲਜ। ਹਾਂਜੀ। ਤੇ ਇਸ ਤੋਂ ਇਲਾਵਾ ਸਬਜ਼ ਚਾਰਾ ਤੇ ਤੂੜੀ ਕੀ ਖਿਲਾਉਂਦੇ ਹੋ? ਉਹ ਸਾਡਾ ਮਾਸ਼ਾਅੱਲਾ ਪੱਠੇ ਛੱਡਿਆ ਪਹਿਲੇ ਛਲਿਆ ਠੇਕੇ ਦਵਾਈ ਉਹਦਾ ਕਦੇ ਅਸੀਂ ਕਦੀ ਨਹੀਂ ਹਿਸਾਬ ਕੀਤਾ ਤੇ ਤੂੜੀ ਜਿਹੜੀ ਉਹ ਨਾਲ ਹੀ ਲਈ ਆਈ ਦੀ ਕੰਡੇ ਦੇ ਉੱਤੇ। ਠੀਕ ਹੈ। ਤੇ ਮਲਕ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ, ਇਹਦੀ ਤੁਸੀਂ ਸੋਚ ਕੇ ਦੱਸਣਾ ਹੈ, ਜੇ ਤੇ ਕੈਲਕੂਲੇਸ਼ਨ ਕੀਤੀ ਨਹੀਂ ਤੇ ਇਹਦਾ ਇੱਕ ਐਸਟੀਮੇਟ ਦੇਣਾ ਹੈ। ਇੱਕ ਜਾਨਵਰ ਤੇ ਜਿਹੜੀ ਵੱਡੀ ਮੈਂ ਵੇ ਜੀ ਉਹਦੇ ਤੇ ਕਿੰਨਾ ਖਰਚਾ ਆ ਜਾਂਦਾ? ਉਹਦਾ ਸਰ ਜੀ ਜੇ ਤੇ ਤੁਸੀਂ ਉਹਨੂੰ ਸਾਂਭਾ ਨਾ, ਜੇ ਤੁਹਾਨੂੰ ਨੀਤੋਂ ਹੋ ਕੇ ਕਹਿਣਾ ਕਿ ਮੈਨੂੰ ਵੀ ਕੁਝ ਦੇ ਕੇ ਦੁੱਧ ਦਾ ਘੁੱਟ ਪਿਆ ਇਹ ਨਾਲ ਮੈਨੂੰ ਵੀ ਤੇ ਨਾਲ ਬੱਚਿਆਂ ਨੂੰ ਪਾਲੇ, ਉਹਦਾ ਸਰਕਾਰ 500 ਤੋਂ 600 ਰੁਪਈਆ ਖਰਚ। ਅੱਛਾ ਹਾਂਜੀ ਠੀਕ ਹੈ। ਜਿਹੜੀ ਮੈਂ 500-600 ਖਾਂਦੀ ਹੈ ਉਹ ਮਾਲਕ ਨੂੰ ਕੀ ਦਿੰਦੀ ਹੈ? ਔਰ ਅਲਹਮਦੁਲਿਲਾ ਜਿਹੜੀ ਮੱਝ ਤੁਹਾਡੀ ਕਹਿੰਦਾ ਆਪਣਾ 10 ਕਿਲੋ ਤੋਂ ਪਲੱਸ ਦੁੱਧ ਕਰਦੀ 11-12 ਕਰਦੀ ਉਤਲੀ ਤੁਹਾਡੀ ਬੱਚਤ ਦੀ। ਠੀਕ ਹੈ, ਯਾਨੀ ਕਿ ਬੱਚਤ ਫਿਰ ਠੀਕ ਹੀ ਦੇਈ ਜਾਂਦੀ? ਅਲਹਮਦੁਲਿਲਾ ਜਨਾਬ ਅੱਲਾਹ ਪਾਕ ਤੋਂ ਕਹਿੰਦਾ ਮੈਂ ਤੇ ਮਾਲਦਾਰੀ ਦੇ ਜੱਥ ਤੇ ਕਹਿਣਾ ਕਿ ਜਿਹੜੀ ਮੱਝ ਹੈ ਨਾ ਇਹ ਸਰਕਾਰ ਬਲੈਕ ਗੋਲਡ ਅਲਹਮਦੁਲਿਲਾ ਇਹ ਕਾਲਾ ਸੋਨਾ ਮੈਨੇ ਤੁਸੀਂ ਜਿੰਨਾ ਖਵਾਓਗੇ ਜਿੰਨਾ ਪਿਓਗੇ ਤੁਹਾਨੂੰ ਉਹਨਾਂ ਹੀ ਦੇਖ। ਜਿਹੜੇ ਬੰਦੇ ਪਾਉਂਦੇ ਕੁਝ ਨਹੀਂ ਲਿੰਦੇ ਵੀ ਇਹਨਾਂ ਚੋਂ ਕੁਝ ਵੀ ਨਹੀਂ। ਅੱਛਾ, ਯਾਨੀ ਜੋ ਪਾਣਾ ਹੈ ਉਹ ਹੀ ਲੈਣਾ ਹੈ? ਉਹ ਹੀ ਲੈਣਾ ਇਹ ਕਾਲਾ ਸੋਨਾ ਹੈ ਅਲਹਮਦੁਲਿਲਾ। ਠੀਕ ਹੈ, ਯਾਨੀ ਕਿ ਜਿਹੜੇ ਲੋਕ ਰੋਣਾ ਰੋਂਦੇ ਨੇ ਫਿਰ ਉਹਨਾਂ ਦੀਆਂ ਆਪਣੀਆਂ ਹੀ ਕੁਤਾਹੀਆਂ ਨੇ? ਸਰ ਕੁਤਾਹੀਆਂ ਨੇ, ਇਹਦੀ ਤੁਸੀਂ ਕੇਅਰ ਹੀ ਨਾ ਕਰਨੀ ਤਾਂ ਇਹਨਾਂ ਤੁਹਾਨੂੰ ਦੇਣਾ ਵੀ ਕੱਖ ਨਹੀਂ। ਜੇ ਤੁਸੀਂ ਇਹਨਾਂ ਦੀ ਕੇਅਰ ਕਰਨੀ ਤਾਂ ਤੁਸੀਂ ਇਹਦੇ ਚ ਭੁੱਖੇ ਨਹੀਂ ਰਹਿ ਸਕਦੇ ਅੱਲਾਹ ਦੇ ਹੁਕਮ ਦੇ ਨਾਲ। ਇਹਨਾਂ ਜਨਾਬ ਰਾਤ ਨੂੰ ਜਦੋਂ ਤੁਸੀਂ ਕਹਿੰਦਾ ਮਾਲਦਾਰੀ ਮੈਂ ਤਾਂ ਇੱਥੋਂ ਤੱਕ ਬੜੇ ਜਿਹੜੇ ਆਪਣਾ ਕਹਿੰਦੇ ਨੇ ਰਾਤ ਨੂੰ ਇੱਕ ਫਰਿਸ਼ਤਾ ਹੁੰਦਾ ਉਹ ਆਣ ਕੇ ਮਾਲਦਾਰੀ ਕੋਲ ਪੁੱਛਦਾ ਕਿ ਕਹਿੰਦਾ ਕਿ ਤੇਰੇ ਮਾਲਕ ਨੇ ਕੋਈ ਤੈਨੂੰ ਪਾਇਆ ਤੇ ਉਹ ਫਿਰ ਤੁਹਾਨੂੰ ਪਤਾ ਹੈ ਜਾਨਵਰ ਅਗਵਾ ਆਪਣੇ ਹਿਸਾਬ ਨਾਲ। ਜੀ ਜੀ।
ਸਰ ਉਹ ਇਹ ਜਾਨਵਰ ਬੇਜ਼ੁਬਾਨ ਹੈ, ਉਹਨੇ ਆਪਣੇ ਮਾਲਕ ਨੂੰ ਤੇ ਨਹੀਂ ਨਾ ਕਹਿਣਾ, ਮਾਲਕ ਨੂੰ ਨਹੀਂ ਕਹਿਣਾ। ਅਗਰ ਤੁਸੀਂ ਉਹਦੇ ਨਾਲ ਅੱਛਾ ਵਰਤਾਓ ਕਰੋਗੇ ਤੇ ਅੱਲਾਹ ਪਾਕ ਵੀ ਜਿਹੜਾ ਤੁਹਾਡੇ ਕਾਰੋਬਾਰ 'ਚ ਇਜ਼ਾਫਾ ਕਰੇਗਾ। ਅਲਹਮਦੁਲਿਲਾ ਜੀ। ਮਲਕ ਸਾਹਿਬ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ ਪਏ, ਦਿਲ ਖੁਸ਼ ਹੁੰਦਾ ਪਿਆ। ਇਹ ਦੱਸੋ ਕਿ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਹੈ? ਇਹਨਾਂ ਨੂੰ ਯਾਰ ਜ਼ਿਆਦਾਤਰ ਬਿਮਾਰੀ ਤੇ ਇਹੀ ਹੁੰਦੀ ਹੈ, ਮੋਕਰ ਸ਼ੋਕਰ ਅੱਲਾ ਰਹਿਮ ਕਰੇ ਤਾਂ ਨਾਲ ਕੋਈ ਗਲਗੋਟੂਆ ਆ ਗਿਆ। ਅੱਛਾ, ਹਾਂ। ਤੇ ਤੁਸੀਂ ਇਹਨਾਂ ਦਾ ਕੀ ਕੋਈ ਇਹਤਿਆਤੀ ਤਦਾਬੀਰ ਕਰਦੇ ਹੋ ਜਾਂ ਵੈਕਸੀਨੇਸ਼ਨ ਕੀ ਕਰਵਾਉਂਦੇ ਹੋ? ਅਸੀਂ ਸਾਰੇ ਇਹਨਾਂ ਨੂੰ ਮਾਸ਼ਾਅੱਲਾ ਇੰਪੋਰਟਡ ਵੈਕਸੀਨ ਕਰਾਈ ਦੀ, ਉਹ ਬਲਕਿ ਲੈ ਦੀ ਆ, ਲੋ ਮੰਗਵਾ ਲਈ ਦੀ, ਲੋਰ ਹੁੰਦੇ ਆਪੀ ਘਰ ਛੜੀ ਦੀ ਇਹਨਾਂ ਨੂੰ। ਅੱਛਾ, ਸਾਲ ਬਾਅਦ ਉਹ ਕਰੀ ਦੀ ਤੇ ਸਾਲ ਬਾਅਦ ਹੀ ਦੂਸਰੀ ਘਰ ਛੜੀ ਦੀ, ਯਾਨੀ ਕਿ ਸਾਲ 'ਚ ਇੱਕ ਵਾਰ ਦੋਵੇਂ ਜਿਹੜੀਆਂ ਨੇ ਰਿਪੇਅਰ ਹੋਈ ਜਾਂਦੀਆਂ। ਯਾਨੀ ਵੈਕਸੀਨੇਸ਼ਨ ਖੁਦ ਹੀ ਕਰ ਲੈਂਦੇ ਹੋ? ਉਹ ਜਿਹੜੀ ਵੈਕਸੀਨੇਸ਼ਨ ਕਰਦੇ ਉਹਦਾ ਕੋਈ ਨਾਂ ਯਾਦ ਹੈ ਕਿ ਨਹੀਂ? ਉਹ ਸਾਰਾ ਹੀ ਉਹਨੂੰ ਕਹਿੰਦਾ ਇਹੀ ਤੇ ਇਹੀ ਕਹਿੰਦੇ ਜਿਹੜੀ ਇੰਪੋਰਟਡ ਵੈਕਸੀਨ ਇਹਦੀ ਗਲਗੋਟੂ ਦੀ ਜਾਂ ਮੋਕਰ ਦੀ, ਜਿਹੜੀ ਇਹ 11ਵੇਂ ਮਹੀਨੇ 'ਚ ਕਰਨੇ ਆ ਮੋਕਰ ਦੀ ਜੀ, ਤੇ ਹੁਣ ਕੋ ਚੌਥੇ ਦੇ ਨਾਲ ਗਲਗੋਟੂ ਦੀ ਹੋਈ ਜਾਣੀ। ਅੱਛਾ, ਤੇ ਇਸ ਤੋਂ ਇਲਾਵਾ ਆਮ ਰੂਟੀਨ ਵਿੱਚ ਇਹ ਬਾਈਬਾਦੀ ਤੋਂ ਬਚਾਉਣ ਵਾਸਤੇ ਕੋਈ ਮਸਾਲਾ ਵੀ ਇਹਨਾਂ ਨੂੰ ਦਿੰਦੇ ਹੋ? ਇਹਨਾਂ ਨੂੰ ਸਾਰੇ ਮਸਾਲਾ ਮਾਸ਼ਾਅੱਲਾ ਦਾ ਤਿਆਰ ਕਰੀਦਾ। ਜੇ ਕਹਿੰਦਾ ਅੱਜ ਕੱਲ ਤੇ ਜਿਹੜਾ ਪਿਛਲੇ ਦਿਨ ਗਏ ਇਹਦੇ ਚ ਅਸੀਂ ਤਾਂ ਕਹਿੰਦੇ ਦਾਦੜ ਮਿਰਚ ਤੇ ਨਾਲ ਆਪਣਾ ਤਾਰਾ ਮੀਰਾ ਤਾਂ ਘਿਓ ਹੈ, ਮਾਲੇ ਘਿਓ ਵਿੱਚ ਮਿਰਚਾਂ ਮਾਲੇ ਹੀ ਦੀਆਂ ਨੇ, ਬਾਅਦ ਤਾਰਾ ਮੀਰਾ ਵਿੱਚ ਸੁੱਟ ਕੇ ਨਾ ਤੇ ਉਹ ਜਨਾਬ ਮਰਲਾ ਲਈਦਾ ਤੇ ਉਹ ਹਫ਼ਤੇ 'ਚ ਇੱਕ ਵਾਰਾਂ ਜਿਹੜਾ ਇਹਨਾਂ ਨੂੰ ਪਿੰਨੀ ਘਰਾਹੜੀ ਦੀ। ਅੱਛਾ, ਯਾਨੀ ਲਾਜ਼ਮੀ ਖਿਲਾਉਂਦੇ ਹੋ? ਹਾਂਜੀ, ਪਿੰਨੀ ਬਣਾ ਕੇ ਖਿਲਾਉਂਦੇ ਹੋ? ਪਿੰਨੀ ਬਣ ਜਾਂਦੀ, ਉਹਨੂੰ ਭਾਵੇਂ ਦੁੱਧ ਨਾਲ ਗੁੰਨ ਲਾ ਤੇ ਭਾਵੇਂ ਪਾਣੀ ਨਾਲ ਗੁੰਨ ਲਓ, ਬੜਾ ਟਿਹਾਰ ਉਹਦੀ ਜਿੰਨੇ ਪੇੜਾ ਨਹੀਂ ਆਟੇ ਦਾ ਬਣਦਾ, ਉਹ ਪਿੰਨੀ ਬਣ ਜਾਂਦੀ ਆ, ਫਿਰ ਦਈ ਜਾਂਦੀ ਫੀ ਜਾਨਵਰ ਦੇ ਹਿਸਾਬ ਨਾਲ ਪਾ ਕੇ, ਜਿਹੜੀ ਵੱਡਾ ਡੰਗਰ ਨੂੰ ਪਾ, ਜਿਹੜੀ ਛੋਟੀ ਉਹਨੂੰ ਪਾ ਤੋਂ ਘੱਟ ਦੇ ਲਈ। ਠੀਕ ਹੈ ਮਲਕ ਸਾਹਿਬ, ਤੁਹਾਡੇ ਫਾਰਮ ਤੇ ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਸਾਡੇ ਫਾਰਮ ਤੇ ਸਾਰੇ ਇਸ ਟਾਈਮ ਮਾਸ਼ਾਅੱਲਾ ਦੇਣ ਡੇ ਜੇ 24 ਜਾਨਵਰ ਦੁੱਧ ਦੇਣ ਡੇ ਜੀ। ਅੱਛਾ, ਤੇ 24 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਸੇਲ ਹੋ ਜਾਂਦਾ? ਸਾਡਾ ਸਰ ਦੁੱਧ ਮਾਸ਼ਾਅੱਲਾ ਸੇਲ ਇਸ ਟਾਈਮ ਹੋਣ ਡਿਆ ਜੇ ਤਕਰੀਬਨ ਕਹਿੰਦਾ 155 160 ਇਹ ਇੱਕ ਦਿਨ ਦਾ? ਹਾਂਜੀ, ਇੱਕ ਦਿਨ। ਤੇ ਘਰ ਕਿੰਨਾ ਰੱਖਦੇ ਹੋ? ਘਰ ਅਲਹਮਦੁਲਿਲਾ ਸਾਡੇ ਸਾਰਾ ਨਗਿੰਦ ਘਰ ਹਾਂ, ਕਦੀ ਹਿਸਾਬ ਕਰ ਕਦੋਂ ਨੇ ਘਰ ਦੀ ਸਾਡੀ ਜਿਹੜੀ ਐਵਰੇਜ ਨਾ ਮਾਸ਼ਾਅੱਲਾ 40 ਤੋਂ 50 ਲੀਟਰ ਘਰ ਦੀ ਐਵਰੇਜ। ਮਾਸ਼ਾਅੱਲਾ, ਯਾਨੀ ਕਿ ਫੈਮਿਲੀ ਤੁਹਾਡੀ ਵੱਡੀ ਹੈ? ਅਲਹਮਦੁਲਿਲਾ ਫੈਮਿਲੀ ਵੱਡੀ ਹੈ। ਠੀਕ ਹੈ ਮਾਸ਼ਾਅੱਲਾ, ਯਾਨੀ ਕਿ ਐਵਰੇਜ ਵੀ ਤੁਹਾਡੇ ਜਾਨਵਰਾਂ ਦੀ 24 ਜਾਨਵਰਾਂ ਦਾ ਰੋਜ਼ਾਨਾ ਦਾ ਤਕਰੀਬਨ 200 kg ਦੁੱਧ ਹੋ ਜਾਂਦਾ? ਹਾਂਜੀ, 200 ਤੋਂ ਪਲੱਸ ਹੀ ਅਲਹਮਦੁਲਿਲਾ ਹੁੰਦਾ। ਠੀਕ ਹੈ ਮਾਸ਼ਾਅੱਲਾ, ਐਵਰੇਜ ਅੱਛੀ ਹੈ। ਹਾਂਜੀ ਮਲਕ ਸਾਹਿਬ, ਤੁਹਾਡੇ ਫਾਰਮ ਤੇ ਜਿਹੜੀ ਸਭ ਤੋਂ ਚੰਗੀ ਮੈਮ ਹੈ, ਜਿਹੜੀ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦੇ ਰਹੀ ਹੈ? ਸਾਡੇ ਕੋਲ ਸਰ ਮਾਸ਼ਾਅੱਲਾ ਮੱਝਾਂ ਜਿਹੜੀਆਂ ਨੇ ਉਹ ਤੇ ਅਲਹਮਦੁਲਿਲਾ ਵਾਸੂ ਵੱਧ ਮੱਝਾਂ ਨੇ, ਲੇਕਿਨ ਕੁਝ ਮੱਝਾਂ ਜਿਹੜੀਆਂ ਨੇ ਵਿੱਚ ਕਹਿੰਦਾ ਹੁਣ ਗਿਣ ਕੇ ਤੇ ਨਹੀਂ ਮੈਂ ਦੱਸ ਸਕਦਾ, ਤਕਰੀਬਨ 10-12 ਮੱਝਾਂ ਜਿਹੜੀਆਂ ਮਾਸ਼ਾਅੱਲਾ 20 ਤੋਂ ਪਲੱਸ ਦੁੱਧ ਕਰਦੀਆਂ। ਜ਼ਿੰਦਾਬਾਦ ਜੀ, ਜ਼ਿੰਦਾਬਾਦ। ਜਾਂਦੀਆਂ ਨੇ ਇਸ ਟਾਈਮ ਵੀ ਦੇ ਰਹੀਆਂ ਨੇ? ਇਸ ਟਾਈਮ ਸਾਰਾ ਅਲਹਮਦੁਲਿਲਾ ਜਿਹੜੀਆਂ ਤਾਜ਼ੀਆਂ ਸੂਈਆਂ ਨੇ 2 ਵਿੱਚ ਉਹਨਾਂ ਚ ਉਹ ਦੇਣ ਨਹੀਂ, ਬਾਕੀ ਅੱਲਾ ਹੈ ਰੱਖਦਾ ਕੁਝ ਹੇਠ ਹਾੜ ਸੋਣਗੀਆਂ ਫਿਰ ਇਨਸ਼ਾਅੱਲਾ ਅੱਲਾ ਤੋਂ ਕੰਨ ਨਾਲ ਉਹ ਵੀ ਅੱਲਾ ਤੋਂ ਕਰੇ ਨਾ ਦੁੱਧ ਕਰਦੀਆਂ ਨਾ ਮੱਝਾਂ ਸਾਡੀਆਂ ਮਾਸ਼ਾਅੱਲਾ। ਮਲਕ ਸਾਹਿਬ, ਉਹ ਜਿਹੜੀਆਂ ਇਸ ਟਾਈਮ 2 ਸਜਰੀਆਂ ਸੂਈਆਂ ਮੱਝਾਂ ਨੇ ਜਿਹੜੀਆਂ 20 ਪਲੱਸ ਕਰਦੀਆਂ ਨੇ ਪਈਆਂ, ਉਹ ਜਿਹੜੀਆਂ ਮੱਝਾਂ ਨੇ ਸਾਡੇ ਨਾਜ਼ਰੀਨ ਨੂੰ ਉਹ ਵੀ ਦਿਖਾ ਦਿਓ। ਹਾਂ, ਦਿਖਾਣੇ ਆ ਸਾਰੇ ਇਨਸ਼ਾਅੱਲਾ ਲਾਜ਼ਮੀ। ਇਹ ਸਰ ਮਾਸ਼ਾਅੱਲਾ ਦਵੇ ਜਿਹੜੀਆਂ ਮੱਝਾਂ ਨਾ 20 ਤੋਂ ਪਲੱਸ ਅਲਹਮਦੁਲਿਲਾ 20 ਕਿਲੋ ਤੋਂ ਉੱਤੇ ਦੁੱਧ ਕਰਦੀਆਂ ਮਾਸ਼ਾਅੱਲਾ, ਜ਼ਿੰਦਾਬਾਦ, ਗਰੰਟੀ ਨਾਲ? ਹਾਂ ਅਲਹਮਦੁਲਿਲਾ, ਅੱਲਾ ਤੋਂ ਕਹਿੰਦੇ ਨਾਲ। ਠੀਕ ਹੈ ਮਲਕ ਸਾਹਿਬ, ਇਹ ਜਿਹੜੀ ਸੱਜੇ ਹੱਥ ਵਾਲੀ ਮੱਝ ਤੁਹਾਡੇ ਸੱਜੇ ਹੱਥ ਵਿੱਚ ਹੈ, ਹਾਂਜੀ, ਇਹ ਕਿੰਨਵੇਂ ਸੂਏ ਵੇ? ਇਹ ਸਰ ਤੱਕ 5ਵਾਂ ਸੂਆ ਸੂਈ ਜੀ ਹੁਣ। ਅੱਛਾ, ਹਾਂਜੀ, ਤੇ ਘਰ ਦੀ ਹੈ? ਹਾਂਜੀ, ਘਰ ਦੋਵੇਂ ਘਰ ਦੀਆਂ ਨੇ। ਅੱਛਾ, ਯਾਨੀ ਘਰ ਦੀ ਨਸਲ ਤਿਆਰ ਕੀਤੀ ਹੈ ਮਾਸ਼ਾਅੱਲਾ। ਤੁਹਾਡਾ ਜਿਹੜਾ ਝੋਟਾ ਹੈ ਅਸੀਂ ਆਪਣੇ ਨਾਜ਼ਰੀਨ ਨੂੰ ਉਹ ਵੀ ਵਹਾਨੇ ਆ, ਤੇ ਇਹਨਾਂ ਦੀ ਸਰ ਇਹ ਤੇ 5ਵੇਂ ਸੂਵੇ ਵੇ, ਇਹ ਕਿੰਨਵੇਂ ਸੂਵੇ? ਚੌਥਾ ਸੂਆ ਸਰ ਸੂਈ ਜੀ। ਅੱਛਾ, ਯਾਨੀ ਕਿ ਚੌਥੇ 5ਵੇਂ ਸੂਵੇ ਹੋਣ ਦੇ ਬਾਵਜੂਦ ਦੁੱਧ ਦੇਣ ਦੀ ਪੈਦਾਵਾਰ ਕਾਫੀ ਅੱਛੀ ਹੈ ਅਲਹਮਦੁਲਿਲਾ, ਬਿਹਤਰੀਨ। ਜ਼ਿੰਦਾਬਾਦ ਜੀ। ਮਲਕ ਸਾਹਿਬ, ਇਹਨਾਂ ਨੂੰ ਥੋੜਾ ਟੋਰੋ ਨਾ ਅੱਗੇ ਪਿੱਛੇ ਸਾਡੇ ਨਾਜ਼ਰੀਨ ਤਸੱਲੀ ਨਾਲ ਵੇਖਣ। ਚੁਆਈ ਤੁਸੀਂ ਕਰ ਲਈ ਹੈ? ਚੁਆਈ ਦਾ ਟਾਈਮ ਤੁਸੀਂ 3 ਵਜੇ ਦਾ ਰੱਖਿਆ ਹੈ। ਨਾਜ਼ਰੀਨ, ਚੁਆਈ ਦੋਵਾਂ ਮੱਝਾਂ ਦੀ ਹੋ ਗਈ ਹੈ ਤੇ ਗਰੰਟੀ ਨਾਲ ਜਨਾਬ 20-20 ਕਿਲੋ ਇਹਨਾਂ ਦੇ ਜਿਹੜਾ ਨਾ ਥੱਲੇ ਦੁੱਧ ਦੇ ਮਾਸ਼ਾਅੱਲਾ। ਅੱਛਾ ਮਲਕ ਸਾਹਿਬ, ਇਹ ਜਿਹੜੀਆਂ ਮੱਝਾਂ ਦੁੱਧ ਜ਼ਿਆਦਾ ਦਿੰਦੀਆਂ ਨੇ, ਇਹਨਾਂ ਦੀ ਖੁਰਾਕ ਤੇ ਜਿਹੜੀਆਂ ਮੱਝਾਂ ਦੁੱਧ ਕਮ ਦਿੰਦੀਆਂ ਨੇ, ਉਹਨਾਂ ਦੀ ਖੁਰਾਕ ਵਿੱਚ ਕੋਈ ਫਰਕ ਹੈ ਜਾਂ ਕਿ ਸੇਮ ਹੀ ਹੈ? ਖੁਰਾਕ ਸਰ ਜਿਹੜੇ ਤੁਹਾਨੂੰ ਦੱਸਿਆ ਨਾ ਪਹਿਲਾਂ, ਮੈਂ ਇੰਟਰਵਿਊ ਦੇ ਸ਼ੁਰੂ ਤੋਂ ਤੁਹਾਨੂੰ ਦੱਸਿਆ ਕਿ 3 ਕਿਲੋ ਦੁੱਧ ਤੇ 1 ਕਿਲੋ ਜਿਹੜੀ ਇਹਨਾਂ ਬਣਾ ਇਹਨਾਂ ਦਾ ਵੰਡਾ ਜਾਣਾ ਉਹ ਸਿਲੈਕਟ ਕਰਨੇ ਆ। ਜਿਸ ਤਰ੍ਹਾਂ ਆਪਣਾ ਜਿਹੜੀ 6 ਕਿਲੋ ਦਿੰਦੀ ਉਹਨੂੰ 2 ਕਿਲੋ, ਜਿਹੜੀ 9 ਕਿਲੋ ਦਿੰਦੀ ਉਹਨੂੰ 3 ਕਿਲੋ, ਉਹ ਵੰਡੇ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਮਨਸਰ ਹੁੰਦਾ ਵੇ ਖੁਰਾਕ ਦਾ। ਜਿਹੜੀ ਘੱਟ ਦੁੱਧ ਦੀ ਉਹਨੇ ਫਿਰ ਉਸ ਹਿਸਾਬ ਨਾਲ ਵੰਡਾ ਵੀ ਉਹਨੂੰ ਉਸ ਹਿਸਾਬ ਨਾਲ ਹੀ ਪੈਣਾ ਜੀ। ਬਿਹਤਰ ਹੋ ਗਿਆ। ਤੇ ਮਲਕ ਸਾਹਿਬ, ਜਿਹੜਾ ਤੁਸੀਂ ਝੋਟਾ ਰੱਖਿਆ ਹੈ ਉਹ ਵੀ ਤੁਹਾਡਾ ਘਰ ਦਾ ਹੈ, ਸਾਡੇ ਨਾਜ਼ਰੀਨ ਨੂੰ ਉਹ ਵੀ ਦਿਖਾ ਦਿਓ। ਅੱਛਾ ਮਲਕ ਸਾਹਿਬ, ਝੋਟਾ ਹੈ ਸਾਹਮਣੇ ਨਜ਼ਰ ਆ ਰਿਹਾ ਹੈ? ਹਾਂਜੀ ਸਾਰਾ ਅਲਹਮਦੁਲਿਲਾ ਕੱਟਾ ਜੀ। ਠੀਕ ਹੈ। ਤੇ ਮਲਕ ਸਾਹਿਬ, ਕਿੰਨੀ ਉਮਰ ਇਹਦੀ? ਇਹਦੀ ਉਮਰ ਸਰ ਤਕਰੀਬਨ 4 ਸਾਲ ਹੋ ਗਏ ਜੀ। ਤੇ ਘਰ ਦਾ ਹੀ ਤਿਆਰ ਕੀਤਾ ਹੈ? ਅਲਹਮਦੁਲਿਲਾ ਘਰ ਦਾ ਹੀ ਬੱਚਾ ਹੈ। ਇਹਦੀ ਮਾਂ ਕਿਹੜੀ ਹੈ? ਇਹਦੀ ਮਾਂ ਸਰ ਪਰਹੇਜ਼ ਘਰ ਛੜੀ ਉਦੋਂ। ਅੱਛਾ, ਯਾਨੀ ਸੇਲ ਕਰ ਦਿੱਤੀ ਹੈ। ਠੀਕ ਹੈ ਮਲਕ ਸਾਹਿਬ, ਥੋੜਾ ਵਹਾਓ ਸਾਡੇ ਨਾਜ਼ਰੀਨ ਨੂੰ। ਮਾਸ਼ਾਅੱਲਾ, ਅੱਛੀ ਨਸਲ ਇਹਦੀ ਵੀ,
ਸੋਹਣੇ ਜਾਨਵਰ ਨੇ ਸਰ ਤੁਹਾਡੇ ਸਾਰੇ। ਜੀ ਠੀਕ ਹੈ ਮਲਕ ਸਾਹਿਬ। ਬਚਾਇਆ ਤਿਆਰ ਕਰਨੇ ਹੁਣ। ਅੱਛਾ ਇੱਕ ਹੋਰ ਤੁਸੀਂ ਇਹ ਤਿਆਰ ਕਰਦੇ ਹੋ? ਸਰ ਤਕਰੀਬਨ ਕੋ ਸਾਲ ਕਦਾ ਮਾਸ਼ ਲਿਆ ਉਸੇ ਮੱਝ ਦੇ ਜਿਹੜੀ ਬਾਈ ਕਰ ਦੁੱਧ ਦਿੰਦੀ ਤੇ ਐਸੇ ਸੂਏ ਦੇ ਬੱਚੇ। ਅੱਛਾ ਹਾਂਜੀ। ਕਿੰਨੀ ਉਮਰ ਹੈ ਦੀ? ਇਹਦੀ ਸੱਤ ਤਕਰੀਬਨ ਹੁਣ ਸਾਲ ਕਦਾ ਹੋ ਗਿਆ ਜੀ। ਮਾਸ਼ਾਅੱਲਾ ਸਰ ਸੋਹਣਾ ਸੰਭਾਲਿਆ ਤੁਸੀਂ। ਹਾਂਜੀ ਸਾਲ ਦੀ ਉਮਰ ਹੈ ਤੇ ਇਹਦੀ ਗਰੋਥ ਵੇਖੋ ਜਨਾਬ, ਜ਼ਬਰਦਸਤ ਜੀ ਜ਼ਬਰਦਸਤ। ਅੱਛਾ ਮਲਕ ਸਾਹਿਬ ਮਾਸ਼ਾਅੱਲਾ ਤੁਸੀਂ ਬੜੀਆਂ ਕੀਮਤੀ ਗੱਲਾਂ ਦਸੀਆਂ ਨੇ। ਜਿਹੜੇ ਦੋਸਤ ਇਹ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਜ਼ੇਨ ਨੇ ਮੱਝਾਂ ਦਾ ਕਾਰੋਬਾਰ ਸ਼ੁਰੂ ਕਰਨਾ, ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ? ਸਰ ਜਿਹੜਾ ਬੰਦਾ ਤੇ ਦੇ ਸਕਦਾ ਨਾ ਮਾਲਦਾਰੀ 'ਚ ਟਾਈਮ, ਉਹ ਬੰਦਾ ਕੰਮ ਸ਼ੁਰੂ ਕਰੇ। ਜਿਹੜਾ ਬੰਦਾ ਮਾਲਦਾਰੀ 'ਚ ਟਾਈਮ ਨਹੀਂ ਦੇ ਸਕਦਾ ਉਹ ਕੰਮ ਨਾ ਕਰੇ ਯਾਰ। ਯਾਨੀ ਕਿ ਵਕਤ ਦਵੋ ਤੇ ਕੁਝ ਹਾਸਲ ਹੋਣਾ। ਵਕਤ ਦਿਓ ਨਾਲ ਮੁਲਾਜ਼ਮ ਵੀ ਹੋਣ ਅਲਹਮਦੁਲਿਲਾ ਕੰਮ ਬਿਹਤਰੀਨ ਚੱਲਦਾ ਰਿਹਾ। ਤੁਹਾਂ ਪਈ ਨਾ ਫਾਰਮ ਤੇ ਹੋਣਾ ਤੇ ਤੁਹਾਡਾ ਫਾਰਮ ਹਿਲਾ ਪਈ। ਠੀਕ ਹੈ। ਅੱਛਾ ਮਲਕ ਸਾਹਿਬ ਤੁਹਾਡੇ ਜਾਨਵਰ ਵੇਖ ਕੇ ਦਿਲ ਬੜਾ ਖੁਸ਼ ਹੋਇਆ। ਤੁਸੀਂ ਆਪਣੀਆਂ ਜਿਹੜੀਆਂ ਕਟੀਆਂ ਨੇ ਉਹ ਵੀ ਤਿਆਰ ਕਰਦੇ ਹੋ। ਮੇਰੀ ਖੁਆਇਸ਼ ਹੈ ਕਿ ਜਿਹੜੇ ਤੁਹਾਡੇ ਅੱਛੇ ਜਾਨਵਰ ਨੇ ਨਾ, ਮੇਰੇ ਨਾਜ਼ਰੀਨ ਵਿੱਚੋਂ ਜਿਹੜੇ ਖਰੀਦਣਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਰਾਬਤਾ ਕਰਨ ਤੇ ਤੁਹਾਡੇ ਕੋਲ ਜਾਨਵਰ ਖਰੀਦਣ। ਸਹੀ। ਤੇ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਦਵੋ, ਅਗਰ ਕੋਈ ਭਾਈ ਤੁਹਾਡੇ ਕੋਲ ਜਾਨਵਰ ਲੈਣਾ ਚਾਹੁੰਦਾ ਹੈ ਜਾਂ ਕੋਈ ਮਸ਼ਵਰਾ ਲੈਣਾ ਚਾਹੁੰਦਾ ਹੈ, ਤੁਹਾਡਾ ਮੋਬਾਈਲ ਨੰਬਰ ਕੀ ਹੈ? ਸਾਡਾ ਸਰ ਮੋਬਾਈਲ ਨੰਬਰ ਜੇ 0302 ਜੀ 699 1373। 0302 699 ਹਾਂਜੀ 1373। ਠੀਕ ਹੈ, ਬਹੁਤ ਸ਼ੁਕਰੀਆ ਮਲਕ ਸਾਹਿਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਆਪਣੇ ਕਾਰੋਬਾਰ ਦੇ ਮੁਤਲਕ ਬੜੀ ਅੱਛੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼। ਓਕੇ।